ਕਿਸਾਨ ਵੀਰੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ 'ਚ ਤੁਹਾਡਾ ਸਵਾਗਤ ਕਰਦੇ ਹਾਂ। ਕਿਸਾਨ ਵੀਰੋ, ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਸਾਡੀ ਸਦਾ ਇਹ ਤਾਂਘ ਰਹੀ ਹੈ ਕਿ ਅਸੀਂ ਆਪਣੇ ਕਿਸਾਨ ਵੀਰਾਂ ਭੈਣਾਂ ਨੂੰ ਵੱਧ ਤੋਂ ਵੱਧ ਜਿਹੜਾ ਵਾ ਉਹ ਗਿਆਨ ਦੇ ਸਕੀਏ ਕਿ ਇਸ ਖੇਤਰ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਪਰ ਅੱਜ ਅਸੀਂ ਗਿਆਨ ਦੇ ਵਿੱਚ ਅਗਲੀ ਪੀੜ੍ਹੀ ਨੂੰ ਜੋੜਨ ਵਾਸਤੇ ਆਏ ਹਾਂ ਕਿ ਜਿਹੜੀ ਤਕਨੀਕੀ ਸਿੱਖਿਆ ਹੈ ਉਹ ਕਿਵੇਂ ਗ੍ਰਹਿਣ ਕੀਤੀ ਜਾ ਸਕਦੀ ਹੈ, ਤਕਨੀਕੀ ਸਿੱਖਿਆ ਦੇ ਨਾਲ ਕਿਹੜੇ-ਕਿਹੜੇ ਮੁਕਾਮ ਹਾਸਲ ਕੀਤੇ ਜਾ ਸਕਦੇ ਨੇ ਤੇ ਇਹਨਾਂ ਪਸ਼ੂ ਪਾਲਣ ਕਿੱਤਿਆਂ ਨੂੰ ਹੋਰ ਕਿਵੇਂ ਉੱਚਿਆਂ ਚੁੱਕਿਆ ਜਾ ਸਕਦਾ ਹੈ। ਅੱਜ ਅਸੀਂ ਆਏ ਹਾਂ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਵਿਖੇ। ਸਾਡੇ ਨਾਲ ਨੇ ਡਾਕਟਰ ਹਰਮਨਜੀਤ ਸਿੰਘ ਬਾਂਗਾ ਜੀ, ਜਿਹੜੇ ਕਿ ਇੱਥੇ ਰਜਿਸਟਰਾਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ। ਡਾਕਟਰ ਸਾਹਿਬ, ਤੁਹਾਡਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਅਸੀਂ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ। ਧੰਨਵਾਦ ਜੀ। ਜੀ ਡਾਕਟਰ ਸਾਹਿਬ, ਅੱਜ ਸਾਡਾ ਵਿਸ਼ਾ ਜਿਹੜਾ ਵਿਸ਼ੇਸ਼ ਤੌਰ ਤੇ ਇਹ ਆ ਕਿ ਪਸ਼ੂ ਪਾਲਣ ਕਿੱਤਿਆਂ ਦੇ ਵਿੱਚ ਤਕਨੀਕੀ ਸਿੱਖਿਆ ਦਾ ਕੀ ਮਹੱਤਵ ਹੈ, ਉਸ ਪ੍ਰਤੀ ਸਾਨੂੰ ਚਾਨਣਾ ਪਾਓ ਕਿ ਪਸ਼ੂ ਪਾਲਣ ਇੱਕ ਤਾਂ ਚਲੋ ਆਮ ਤੌਰ ਤੇ ਅਸੀਂ ਪਰੰਪਰਾਗਤ ਰੂਪ 'ਚ ਕਰੀ ਜਾਂਦੇ ਹਾਂ, ਪਰ ਹੁਣ ਜਿਵੇਂ ਨਵੇਂ ਵਿਦਿਆਲੇ ਖੁੱਲ੍ਹ ਗਏ, ਨਵੇਂ ਕੋਰਸਿਸ ਆ ਗਏ, ਉਸ ਪੱਖੋਂ ਤੁਸੀਂ ਕੀ ਸਮਝਦੇ ਵੀ ਤਕਨੀਕੀ ਸਿੱਖਿਆ ਜਿਹੜੀ ਕਿੰਨੀ ਲੋੜੀਂਦੀ ਤੇ ਕੀ ਮਹੱਤਵ ਇਹਦਾ ਜੀ? ਮੈਂ ਇਹ ਦੱਸਣਾ ਇੱਥੇ ਜ਼ਰੂਰੀ ਸਮਝਦਾ ਹਾਂ ਕਿ ਸਾਡਾ ਜਦੋਂ ਇਹ ਵੈਟਰਨਰੀ ਕਾਲਜ ਦੀ ਯੂਨੀਵਰਸਿਟੀ ਸ਼ੁਰੂ ਹੋਈ, ਪਹਿਲਾਂ ਸਾਡਾ ਇੱਕ ਕਾਲਜ ਹੁੰਦਾ ਸੀਗਾ ਜੋ ਕਿ ਕਾਲਜ ਆਫ ਵੈਟਰਨਰੀ ਸਾਇੰਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਅਤੇ PAU ਦੇ ਵਿੱਚ ਸੀ। ਪੰਜਾਬ ਸਰਕਾਰ ਨੇ ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਇਹਨੂੰ ਇੱਕ ਸੈਪਰੇਟ ਯੂਨੀਵਰਸਿਟੀ ਦਾ ਦਰਜਾ ਦਿੱਤਾ। ਜਦੋਂ ਅਸੀਂ ਇਹ 2006 ਦੇ ਵਿੱਚ ਯੂਨੀਵਰਸਿਟੀ ਸ਼ੁਰੂ ਕੀਤੀ, ਉਦੋਂ ਸਾਡਾ ਇੱਕ ਹੀ ਕਾਲਜ ਸੀ ਵੈਟਰਨਰੀ ਕਾਲਜ ਦਾ, ਅਤੇ ਇਸ ਦਾ ਫੈਲਾਅ ਹੋਇਆ। ਅਤੇ ਕਿਉਂਕਿ ਪਸ਼ੂ ਪਾਲਣ ਦੇ ਕਿੱਤੇ ਦੇ ਵਿੱਚ ਜਿਹੜੇ ਕਿ ਪਸ਼ੂ ਪਾਲਕ ਸਨ, ਉਹਨਾਂ ਦੀ ਇਨਕਮ ਦੇ ਵਿੱਚ ਵਾਧਾ ਕਰਨ ਦੇ ਲਈ ਜਿਹੜੇ ਕਿ ਲਾਈਵ ਸਟਾਕ ਓਨਰ ਸਨ, ਜਿਹੜੇ ਕਿ ਪਸ਼ੂ ਪਾਲਦੇ ਹਨ, ਪੈਟ ਓਨਰਸ ਹਨ, ਉਹਨਾਂ ਦੀਆਂ ਸਾਰੀਆਂ ਜਿਹੜੀਆਂ ਕੁਐਸਚਨਸ ਹੁੰਦੇ ਸਨ ਉਹਨਾਂ ਨੂੰ ਐਡਰੈਸ ਕਰਨ ਦੇ ਲਈ ਇਹ ਯੂਨੀਵਰਸਿਟੀ ਨੇ ਅੱਗੇ ਹੋਰ ਵਾਧੇ ਕੀਤੇ। ਜਿੱਦਾਂ ਪਹਿਲਾਂ ਵੈਟਰਨਰੀ ਸਾਇੰਸ ਸੀਗਾ, ਉਸ ਤੋਂ ਇਲਾਵਾ ਇੱਥੇ ਡੇਅਰੀ ਸਾਇੰਸ ਦਾ ਕਿੱਤਾ ਵੀ ਸ਼ੁਰੂ ਕੀਤਾ ਗਿਆ, ਮੱਛੀ ਪਾਲਣ ਦਾ ਵੀ ਕੰਮ ਸ਼ੁਰੂ ਕੀਤਾ ਗਿਆ, ਐਨੀਮਲ ਬਾਇਓਟੈਕਨੋਲੋਜੀ ਦਾ ਵੀ ਕਿੱਤਾ ਸ਼ੁਰੂ ਕੀਤਾ ਗਿਆ। ਇਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਬਣੀ ਹੈ, ਇਸ ਨੇ GDP ਦੇ ਵਿੱਚ ਜੋ ਪੰਜਾਬ ਸਰਕਾਰ ਅਤੇ ਨੈਸ਼ਨਲ ਲੈਵਲ ਦੇ ਉੱਤੇ ਵੀ ਬਹੁਤ ਹੀ ਵਡਮੁੱਲਾ ਯੋਗਦਾਨ ਪਾਇਆ ਹੈ। ਜੇ ਤੁਸੀਂ ਦੇਖੋ ਤਾਂ GVA ਜਿਹੜਾ ਕਿ ਗ੍ਰੋਸ ਵੈਲਿਊ ਐਡੀਸ਼ਨ ਹੈ, ਉਹ ਵੈਟਰਨਰੀ ਸੈਕਟਰ ਜਾਂ ਲਾਈਵ ਸਟਾਕ ਸੈਕਟਰ ਦਾ 30% ਹੈ, ਜਿਹੜਾ ਕਿ ਐਗਰੀਕਲਚਰ ਦਾ ਅੱਜ ਦੇ ਅਜੋਕੇ ਟਾਈਮ ਦੇ ਵਿੱਚ 18% ਹੈ। ਸੋ ਵੈਟਰਨਰੀ ਯੂਨੀਵਰਸਿਟੀ ਨੇ ਇਹ ਪਹਿਲ ਕਰਦੇ ਹੋਏ ਤਾਂ ਕਿ ਕਿਸਾਨਾਂ ਨੂੰ ਉਹਨਾਂ ਦੀ ਜਿਹੜੀ ਇਨਕਮ ਦੇ ਵਿੱਚ ਵਾਧਾ ਕੀਤਾ ਜਾ ਸਕੇ, ਉਹਨਾਂ ਨੂੰ ਅੱਛੀਆਂ ਟੈਕਨੋਲੋਜੀਜ਼ ਪ੍ਰੋਵਾਈਡ ਕੀਤੀਆਂ ਜਾ ਸਕਣ। ਜਿੱਦਾਂ ਦੁੱਧ ਨੂੰ ਕਿਵੇਂ ਠੰਡਾ ਕਰਨਾ ਹੈ, ਕੁਝ ਏਰੀਆਜ਼ ਜਿੱਦਾਂ ਇਹੋ ਜਿਹੇ ਸਨ ਜਿੱਦਾਂ ਸੇਮ ਦੇ ਏਰੀਆ ਹਨ, ਉੱਥੇ ਮੱਛੀ ਪਾਲਣ ਨਹੀਂ ਕੀਤੀ ਜਾ ਸਕਦੀ। ਉੱਥੇ ਅਸੀਂ ਝੀਂਗੇ ਦੇ ਬਾਰੇ ਦੱਸਿਆ, ਉਹਨਾਂ ਨੂੰ ਕਿੱਦਾਂ ਝੀਂਗਾ ਪਾਲਣਾ ਹੈ, ਆਪਣੀ ਇਨਕਮ 'ਚ ਕਿੱਦਾਂ ਵਾਧਾ ਕਰਨਾ ਹੈ। ਅਤੇ ਵੈਟਰਨਰੀ ਦੇ ਖੇਤਰ ਜਿੱਥੋਂ ਕਿ ਇਹ ਯੂਨੀਵਰਸਿਟੀ ਸ਼ੁਰੂ ਹੋਈ ਸੀ, ਉੱਥੇ ਇਹ ਯੂਨੀਵਰਸਿਟੀ ਸਟੇਟ ਆਫ ਆਰਟ, ਜਿੱਦਾਂ ਕਿ ਬਹੁਤ ਹੀ ਸਾਰੇ ਸਰਵ ਪੱਖੀ ਉੱਥੇ ਟੈਸਟ ਕੀਤੇ ਜਾਂਦੇ ਹਨ। ਸਾਡੇ ਕੋਲ ਤਕਰੀਬਨ 31,000 ਸੈਂਪਲ ਸਾਲਾਨਾ ਆਉਂਦੇ ਹਨ, ਜਿਹਦੇ ਵਿੱਚ ਉਹਨਾਂ ਦਾ ਜੇ ਕੋਈ ਸਰਜੀਕਲ ਇੰਟਰਵੈਂਸ਼ਨ ਦੀ ਲੋੜ ਹੈ ਜਾਂ ਗਾਇਨੋਕੋਲੋਜੀਕਲ ਇੰਟਰਵੈਂਸ਼ਨ ਦੀ ਲੋੜ ਹੈ, ਜੇ ਕੋਈ ਡਾਇਗਨੋਸਟਿਕ ਟੈਸਟ ਕਰਨੇ ਹਨ, ਸਾਡੇ ਕੋਲ ਸਾਰੇ ਹੀ ਟੈਸਟ ਅਵੇਲੇਬਲ ਹਨ। ਜੇ ਉਹਨਾਂ ਦੀ ਐਂਡੋਸਕੋਪੀ ਕਰਨੀ ਹੈ, ਜੇ ਹਾਰਟ ਦਾ ਟੈਸਟ ਕਰਨਾ ਹੈ, ਕਿਡਨੀ ਡਾਇਲਿਸਿਸ ਤੱਕ ਇੱਥੇ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬਲੱਡ ਦਾ ਵੀ ਟ੍ਰਾਂਸਫਿਊਜ਼ਨ ਵਗੈਰਾ ਇੱਥੇ ਕੀਤੀ ਜਾਂਦੀ ਹੈ। ਜੋ ਵੀ ਤੁਸੀਂ ਫੈਸਿਲਿਟੀ ਦਾ ਨਾਂ ਲਓ, ਸਾਡੇ ਇੱਥੇ ਅਵੇਲੇਬਲ ਹੈ। ਤੋ ਇਸ ਤੋਂ ਇਲਾਵਾ ਅਸੀਂ ਵਿਦਿਆਰਥੀਆਂ ਨੂੰ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਸਰਵਪੱਖੀ ਵਿਕਾਸ ਦੇ ਲਈ ਅਸੀਂ ਬਾਹਰਲੀਆਂ ਯੂਨੀਵਰਸਿਟੀਆਂ ਦੇ ਵਿੱਚ ਵੀ ਭੇਜਦੇ ਹਨ। ਸਾਡੇ ਇੱਕ ਪ੍ਰੋਗਰਾਮ ਹੈਗਾ ਇੰਸਟੀਟਿਊਸ਼ਨਲ ਡਿਵੈਲਪਮੈਂਟ ਪ੍ਰੋਗਰਾਮ। ਇਹਦੇ ਵਿੱਚ ਅੱਜ ਤੱਕ 50 ਤੋਂ ਵੱਧ ਵਿਦਿਆਰਥੀ ਅਤੇ ਕਈ ਟੀਚਰਸ ਨੂੰ ਅਸੀਂ ਦੇਸ਼ ਦੇ ਸਾਰੇ ਅਤੇ ਮੁਲਕ ਦੇ ਵਿੱਚ ਉਹਨਾਂ ਨੂੰ ਭੇਜਿਆ ਜਾਂਦਾ ਹੈ ਤਾਂ ਕਿ ਉਹ ਨਵੀਆਂ ਟੈਕਨੀਕਾਂ ਸਿੱਖ ਕੇ ਆਉਣ ਅਤੇ ਇੱਥੇ ਆ ਕੇ ਉਹ ਆਪਣੇ ਪਸ਼ੂ ਧਨ ਦੇ ਵਾਧੇ ਲਈ ਸਾਡੇ ਯੋਗਦਾਨ ਪਾ ਸਕਣ। ਇੱਕ ਹੋਰ ਟੈਕਨੋਲੋਜੀ ਅਸੀਂ ਇੱਥੇ ਡਿਵੈਲਪ ਕਰ ਰਹੇ ਹਾਂ, ਜਿਹਨੂੰ 3D ਟੈਕਨੋਲੋਜੀ, ਜਿੱਦਾਂ ਮਾਡਲ ਪਿਆ ਹੈ ਤੁਹਾਡੇ ਸਾਹਮਣੇ ਹੀ, ਇਹ ਅਸੀਂ ਆਪ ਡਿਵੈਲਪ ਕਰਦੇ ਹਾਂ ਪ੍ਰਿੰਟਿੰਗ ਦੇ ਥਰੂ। ਤਾਂ ਬੱਚਿਆਂ ਨੂੰ ਅਸੀਂ ਉਹਨਾਂ ਨੂੰ ਅਨਾਟਮੀ ਬਾਰੇ, ਕਿੱਥੇ ਕਿਹੜਾ ਮਸਲ ਲੱਗਿਆ ਹੋਇਆ, ਉਹਨਾਂ ਬਾਰੇ ਜਾਣੂ ਕਰਾਉਂਦੇ ਹਾਂ। ਇਸ ਤਰ੍ਹਾਂ ਮਤਲਬ ਸਾਡੀ ਯੂਨੀਵਰਸਿਟੀ ਇੱਕ ਬਹੁਤ ਵਡਮੁੱਲਾ ਯੋਗਦਾਨ ਪਾ ਰਹੀ ਹੈ
ਤਕਨੀਕੀ ਸਿੱਖਿਆ ਜੋ ਕਿ ਵੈਟਨਰੀ ਦੇ ਖੇਤਰ ਵਿੱਚ ਹੋਵੇ, ਡੇਅਰੀ ਸਾਇੰਸ ਦੇ ਖੇਤਰ ਵਿੱਚ ਹੋਵੇ, ਉੱਥੇ ਦੀਆਂ ਪ੍ਰੋਡਕਟਸ ਜਿੱਦਾਂ ਦੁੱਧ ਦਹੀਂ ਦੀ ਵੈਲਿਊ ਐਡੀਸ਼ਨ ਕਿੱਦਾਂ ਕਰਨੀ ਹੈ, ਮਾਰਕੀਟਿੰਗ ਕਿੱਦਾਂ ਕਰਨੀ ਹੈ, ਤਾਂ ਕਿ ਉਹ ਚੰਗੇ ਐਂਟਰਪ੍ਰੇਨਰ ਬਣਨ ਅਤੇ ਦੇਸ਼ ਦੇ ਵਿਕਾਸ ਵਿੱਚ ਉਹ ਯੋਗਦਾਨ ਪਾ ਸਕਣ। ਹੁਣ ਡਾਕਟਰ ਸਾਹਿਬ, ਜੇ ਆਪਾਂ ਵੇਖੀਏ ਭਾਰਤ ਭਰ ਦੇ ਵਿੱਚ ਜਾਂ ਇਸ ਖਿੱਤੇ ਦੇ ਵਿੱਚ ਕਿਹੜੀਆਂ ਸੰਸਥਾਵਾਂ ਹੈ ਜਿੱਥੇ ਸਾਡੇ ਜਿਹੜੇ ਆ ਇਹ ਵਿਦਿਆਰਥੀ ਜਾ ਸਕਦੇ ਆ ਤੇ ਇਹੋ ਜਿਹੀ ਤਕਨੀਕੀ ਸਿੱਖਿਆ ਗ੍ਰਹਿਣ ਕਰ ਸਕਦੇ ਆ? ਭਾਰਤ ਵਰਸ਼ ਵਿੱਚ ਇਹ ਸੰਸਥਾਵਾਂ ਹਨ। ਅੱਜ ਦੀ ਟਾਈਮ ਦੇ ਵਿੱਚ ਤਕਰੀਬਨ 47 ਵੈਟਨਰੀ ਕਾਲਜ ਹਨ ਅਤੇ ਵੈਟਨਰੀ ਯੂਨੀਵਰਸਿਟੀਜ਼ ਵੀ ਹਨ। ਡੇਅਰੀ ਸੈਕਟਰ ਦੇ ਵਿੱਚ ਵੀ ਹਨ, ਜਿੱਦਾਂ NDRI ਹੈ। ਜੇ ਵੈਟਨਰੀ ਦਾ ਸੈਕਟਰ ਪਹਿਲਾਂ ਲਈਏ ਤਾਂ ਸਾਡੇ ਨਾਲ ਦੀ ਲਾਗਲੀ ਸਟੇਟ ਹਰਿਆਣੇ ਦੇ ਵਿੱਚ ਵੀ ਹੈ, ਉੱਥੇ ਵੀ ਵੈਟਨਰੀ ਕਾਲਜ ਹੈ ਲੋਵਾਸ ਦਾ। ਇੱਦਾਂ ਹੀ ਪਾਲਮਪੁਰ ਦੇ ਵਿੱਚ ਵੀ ਵੈਟਨਰੀ ਕਾਲਜ ਹੈ, ਜੰਮੂ ਅਤੇ ਕਸ਼ਮੀਰ ਦੇ ਵਿੱਚ ਵੀ ਵੈਟਨਰੀ ਕਾਲਜ ਹਨ। ਪਰ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੁੰਦੀ ਹੈ ਕਿ ਜਿਹੜੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਸਥਾਪਿਤ ਹੋਈ 2006 ਦੇ ਵਿੱਚ, ਮਾਤ 17 ਸਾਲਾਂ ਦੇ ਵਿੱਚ ਇਸ ਨੇ ਆਪਣਾ ਨੰਬਰ ਪਹਿਲਾ ਬਣਾਇਆ ਹੈ। ਇਸ ਨੂੰ ਇੰਡੀਅਨ ਕਾਉਂਸਲ ਆਫ ਐਗਰੀਕਲਚਰਲ ਰਿਸਰਚ ਨੇ ਨੰਬਰ 1 ਰੇਟਡ ਵੈਟਨਰੀ ਯੂਨੀਵਰਸਿਟੀ ਘੋਸ਼ਿਤ ਕੀਤਾ ਹੈ। ਨਾ ਕੇਵਲ ਇੱਕ ਵਾਰੀ, 2 ਵਾਰੀ ਇਹ ਯੂਨੀਵਰਸਿਟੀ ਹੋ ਚੁੱਕੀ ਹੈ ਅਤੇ ਨਿਰਫ ਰੈਂਕਿੰਗ ਵਿੱਚ ਵੀ ਇਹਦਾ ਕਾਫੀ ਉੱਚਾ ਸਥਾਨ ਹੈ। ਸੋ ਇਸ ਕਰਕੇ ਜਿੱਦਾਂ ਬਾਰ-ਬਾਰ ਆਪਾਂ ਐਮਫਸਾਈਜ਼ ਇਹੀ ਕਰ ਰਹੇ ਹਾਂ ਵੀ ਤਕਨੀਕੀ ਸਿੱਖਿਆ ਜੇ ਕਿਸੇ ਨੇ ਲੈਣੀ ਹੋਵੇ ਤਾਂ ਇਹ ਯੂਨੀਵਰਸਿਟੀ ਦੇ ਨਾਲ ਦੀ ਕੋਈ ਯੂਨੀਵਰਸਿਟੀ ਹੋਰ ਨਹੀਂ ਹੈ ਜਿਹੜੀ ਕਿ ਸਾਨੂੰ ਇਸ ਖੇਤਰ ਵਿੱਚ ਅੱਗੇ ਲਿਜਾ ਸਕਦੀ ਹੈ। ਆਪਾਂ ਆਮ ਸੁਣਿਆ ਨੀਮ ਹਕੀਮ ਖਤਰੇ ਜਾਣ। ਸੋ ਪਹਿਲਾਂ ਵੀ ਕੁਐਕਸ ਅਵੇਲੇਬਲ ਹਨ, ਪਰ ਜਦੋਂ ਸਾਡੇ ਗ੍ਰੈਜੂਏਟਸ ਡਿਗਰੀ ਕਰਕੇ ਬਾਹਰ ਜਾਂਦੇ ਹਨ ਨੌਕਰੀਆਂ ਕਰਨ ਤਾਂ ਆਪੇ ਹੀ ਉਹਨਾਂ ਨੂੰ ਠੱਲ ਪੈ ਜਾਂਦੀ ਹੈ। ਮੁੱਖ ਤੌਰ ਤੇ ਜਿਹੜੇ ਕਿਹੜੇ ਕੋਰਸ ਨੇ ਜਿਹੜੇ ਇਹ ਯੂਨੀਵਰਸਿਟੀ ਜਿਹੜੀ ਆ ਉਹ ਕਰਵਾਉਂਦੀ ਆ ਤੇ ਜਿਨ੍ਹਾਂ ਵਿੱਚ ਸਾਡੇ ਵਿਦਿਆਰਥੀ ਜਿਹੜੇ ਉਹ ਦਾਖਲਾ ਲੈ ਸਕਦੇ, ਜਿਹੜੇ ਕਿਉਂਕਿ ਕਈ ਵਾਰ ਡਾਕਟਰ ਸਾਹਿਬ ਵੇਖੋ ਬਹੁਤ ਸਾਰੀਆਂ ਥਾਵਾਂ ਤੇ ਪਤਾ ਹੀ ਨਹੀਂ ਲੱਗਦਾ ਇਸ ਤਰੀਕੇ ਦੇ ਨਾਲ, ਭਾਵੇਂ ਬਹੁਤ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਪਰ ਕਈ ਥਾਵਾਂ ਤੱਕ ਗੱਲ ਪਹੁੰਚਦੀ ਨਹੀਂ। ਉਸ ਪੱਖੋਂ ਜਿਹੜਾ ਤੁਹਾਡੇ ਕੋਲ ਜਾਣਨਾ ਚਾਹੋਗੇ ਕਿਹੜੇ ਕਿਹੜੇ ਕੋਰਸ ਜਿਹੜੇ ਇੱਥੇ ਮੁਹੱਈਆ ਕੀਤੇ ਜਾਂਦੇ? ਸਾਡੇ ਇੱਥੇ ਕਾਲਜ ਆਫ ਵੈਟਨਰੀ ਸਾਇੰਸ ਇੱਕ ਮੇਨ ਹੈ। ਇਹ ਡਿਗਰੀ ਅਸੀਂ 3 ਤਰ੍ਹਾਂ ਦੀਆਂ ਡਿਗਰੀਜ਼ ਦਿੰਦੇ ਹਾਂ, ਪਰ ਜਿਹੜੀ ਬੇਸਿਕ ਡਿਗਰੀ ਹੈ ਬੈਚਲਰ ਆਫ ਵੈਟਨਰੀ ਸਾਇੰਸ, ਇਹ 5.5 ਸਾਲ ਦੀ ਡਿਗਰੀ ਹੈ। ਇਸ ਦੇ ਵਿੱਚ ਬੱਚਿਆਂ ਨੂੰ ਕਿੱਦਾਂ ਆਪਾਂ ਪਸ਼ੂ ਧਨ ਨਾਲ ਹੈਂਡਲ ਕਰਨਾ ਹੈ, ਕਿੱਦਾਂ ਉਹਨਾਂ ਦੀ ਡਾਇਗਨੋਸਿਸ ਕਰਨੀ ਹੈ, ਸਾਰੀ ਟ੍ਰੀਟਮੈਂਟ ਆਸਪੈਕਟ ਵੀ ਸਾਰੇ ਦੱਸੇ ਜਾਂਦੇ ਹਨ। 4.5 ਸਾਲ ਦੀ ਡਿਗਰੀ ਹੈ। ਸਾਲ ਦਾ ਮਤਲਬ ਉਹਨਾਂ ਨੂੰ ਪੂਰਾ ਹੈਂਡਸ ਔਨ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੰਟਰਨਸ਼ਿਪ ਦੇ ਮਾਧਿਅਮ ਦੇ ਵਿੱਚ। ਅਤੇ ਉਸ ਦੇ ਵਿੱਚ ਇਹੀ ਇੱਕ ਯੂਨੀਵਰਸਿਟੀ ਹੈ ਜਿੱਥੇ ਇੰਟਰਨਸ਼ਿਪ ਦੇ ਵਿੱਚ ਬੱਚਿਆਂ ਨੂੰ 15,000 ਰੁਪਏ ਮਹੀਨੇ ਵਜ਼ੀਫਾ ਵੀ ਦਿੱਤਾ ਜਾਂਦਾ ਹੈ। ਇਹ ਸਾਡੇ ਵਾਈਸ ਚਾਂਸਲਰ ਸਾਹਿਬ ਨੇ ਬੜੀ ਹਿੰਮਤ ਕਰਕੇ ਪੰਜਾਬ ਸਰਕਾਰ ਤੋਂ ਮਨਜ਼ੂਰ ਕਰਾਇਆ ਹੈ। ਉਸ ਤੋਂ ਇਲਾਵਾ ਇੱਥੇ ਬਾਕੀ ਜਿਹੜੇ ਡਿਸਿਪਲਿਨਸ ਹਨ, ਜੇ ਬੱਚੇ ਨੇ ਹੋਰ ਅੱਗੇ ਟ੍ਰੇਨਿੰਗ ਲੈਣੀ ਹੈ, ਜਿੱਦਾਂ ਮਾਸਟਰਸ ਕਰਨੀ ਹੈ, ਸੋ ਸਾਡੇ ਹੋਰ ਡਿਸਿਪਲਿਨਸ ਹਨ, 16-17 ਡਿਸਿਪਲਿਨਸ ਹਨ ਜਿੱਥੇ ਇਹ ਬੱਚੇ ਮਾਸਟਰਸ ਦੀ ਡਿਗਰੀ ਵੀ ਕਰ ਸਕਦੇ ਹਨ ਅਤੇ ਆਪਣੀ ਸਪੈਸ਼ਲਾਈਜੇਸ਼ਨ ਕਰ ਸਕਦੇ ਹਨ। ਫਿਰ ਬੱਚੇ ਨੇ ਜੇ ਅੱਗੇ ਹੋਰ ਕਰਨੀ ਹੈ ਡਿਗਰੀ, ਆਪਣਾ ਸੁਧਾਰ ਕਰਨਾ ਹੈ, ਤਾਂ PhD ਲੈਵਲ ਤੱਕ ਅਸੀਂ ਜਾਂਦੇ ਹਾਂ। ਇਹ ਡਿਗਰੀ 5.5 ਸਾਲ ਦੀ ਹੈ ਅਤੇ ਬਾਕੀ ਅੱਗੇ 2 ਸਾਲ ਮਾਸਟਰਸ ਅਤੇ 3 ਸਾਲ PhD ਦੀ ਡਿਗਰੀ ਹੁੰਦੀ ਹੈ। ਫਿਰ ਸਾਡਾ ਇੱਕ ਕਾਲਜ ਹੋਰ ਹੈ, ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨੋਲੋਜੀ। ਕਾਲਜ ਆਫ ਡੇਅਰੀ ਸਾਇੰਸ ਐਂਡ ਟੈਕਨੋਲੋਜੀ ਦੀ ਵੀ 4 ਸਾਲ ਦੀ ਡਿਗਰੀ ਹੈ। ਇਸ ਦੇ ਵਿੱਚ ਕੀ ਹੈ, ਇਹਦੇ ਵਿੱਚ ਐਡਮਿਸ਼ਨ ਜਿਹੜੀ ਹੈ ਉਹ ਬੇਸਿਕਲੀ ਨਾਨ ਮੈਡੀਕਲ ਬੇਸ 'ਤੇ ਕੀਤੀ ਜਾਂਦੀ ਹੈ। ਜਿਹੜੇ ਬੱਚਿਆਂ ਨੇ ਹੁਣ 12ਵੀਂ ਦਾ ਟੈਸਟ ਕਰ ਲਿਆ, ਪੇਪਰ CBSE ਦਾ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਪੇਪਰ ਕਲੀਅਰ ਕਰ ਲਿਆ, ਉਹ ਇੱਥੇ ਹੁਣ ਅਪਲਾਈ ਕਰ ਸਕਦੇ ਹਨ। ਅਤੇ ਉਹਦੇ ਬੇਸਿਸ ਕੀ ਹੈ, 10+2 ਨਾਨ ਮੈਡੀਕਲ ਦਾ ਗਰੁੱਪ ਹੁੰਦਾ ਹੈ। ਵੈਟਨਰੀ ਦਾ ਜਿਹੜਾ ਸਾਡਾ ਪੇਪਰ ਹੈ ਉਹ ਅਸੀਂ ਨੀਟ ਬੇਸ 'ਤੇ ਐਡਮਿਸ਼ਨ ਲੈਂਦੇ ਹਾਂ। ਜਿਹੜੇ ਬੱਚਿਆਂ ਦਾ ਆਲ ਇੰਡੀਆ ਲੈਵਲ 'ਤੇ ਐਂਟਰੈਂਸ ਟੈਸਟ ਹੁੰਦਾ ਹੈ ਨੀਟ ਦਾ, ਉਹ ਜਿਹੜੀਆਂ ਕੰਡੀਸ਼ਨਸ ਉਹਨਾਂ ਦੀਆਂ ਐਪਲੀਕੇਬਲ ਹਨ, ਵੀ ਜਨਰਲ ਕੈਟੇਗਰੀ ਲਈ ਇੰਨੇ % ਮਾਰਕਸ ਚਾਹੀਦੇ ਹਨ, ਉਹੀ ਸੇਮ ਸਾਡੀਆਂ ਇੱਥੇ ਵੈਟਨਰੀ ਲਈ ਵੀ ਲਾਗੂ ਹੁੰਦੀਆਂ ਹਨ। ਹੋਰ ਕਾਲਜ ਜਿਹੜਾ ਹੈ ਕਾਲਜ ਆਫ ਫਿਸ਼ਰੀਜ਼ ਹੈ। ਕਾਲਜ ਆਫ ਫਿਸ਼ਰੀਜ਼ ਇਹ ਵੀ 4 ਸਾਲ ਦਾ ਡਿਗਰੀ ਪ੍ਰੋਗਰਾਮ ਹੈ। ਇੱਥੇ ਕੀ ਹੈ, ਇੱਥੇ ਅਸੀਂ 10+2 ਮੈਡੀਕਲ ਸਟਰੀਮ ਦੇ ਬੱਚੇ ਲੈਂਦੇ ਹਾਂ, ਜਿਨ੍ਹਾਂ ਨੇ 12ਵੀਂ ਕਰ ਲਈ ਹੈ ਪਰ ਆਪਣਾ ਮੈਡੀਕਲ ਸਟਰੀਮ ਰੱਖੀ ਹੋਈ ਹੈ। ਜੇ ਉਹਨਾਂ ਨੂੰ ਇੱਥੇ ਨਹੀਂ ਮਿਲਦੀ ਬੱਚਿਆਂ ਨੂੰ ਬੈਚਲਰ ਆਫ ਵੈਟਨਰੀ ਸਾਇੰਸ ਦੇ ਵਿੱਚ, ਕਿਉਂਕਿ ਇਹ ਨੀਟ ਦੇ ਬੇਸ 'ਤੇ ਆਉਂਦੇ ਹਨ, ਜਿਹੜੇ ਬੱਚੇ ਕਈ ਨਹੀਂ ਅਪਲਾਈ ਕਰ ਸਕਦੇ ਜਾਂ ਉਹ ਕਰਨਾ ਹੀ ਫਿਸ਼ਰੀਜ਼ ਦੇ ਬਾਰੇ 'ਚ ਹਨ, ਤਾਂ ਉਹ ਇੱਥੇ 12ਵੀਂ ਦੇ ਵਿੱਚ
ਇਹਦੇ ਵਿੱਚ ਮੈਡੀਕਲ ਸਟਰੀਮ ਵਾਲੇ ਬੱਚੇ ਉਹ ਡਿਗਰੀ ਕਰ ਸਕਦੇ ਹਨ। ਇੱਕ ਹੋਰ ਕਾਲਜ ਹੈ ਸਾਡਾ ਕਾਲਜ ਆਫ ਐਨੀਮਲ ਬਾਇਓਟੈਕਨੋਲੋਜੀ। ਇੱਥੇ ਅਸੀਂ ਦੋਹੇ ਸਟਰੀਮਸ ਦੇ ਬੱਚੇ ਰੱਖੇ ਹੋਏ ਹਨ। ਇਹਦੇ ਵਿੱਚ ਮੈਡੀਕਲ ਅਤੇ ਨਾਨ ਮੈਡੀਕਲ ਸਟਰੀਮ ਦੇ ਦੋਵੇਂ ਹੀ ਬੱਚੇ 12ਵੀਂ ਦੇ ਨੰਬਰ ਦੇ ਬੇਸ ਤੇ ਸਾਡੇ ਕੋਲ ਆ ਕੇ 4 ਸਾਲ ਦੀ ਡਿਗਰੀ ਕਰ ਸਕਦੇ ਹਨ। ਜਿਵੇਂ ਬਾਕੀ ਜਿੱਦਾਂ ਮੈਂ ਵੈਟਨਰੀ ਸਾਇੰਸ ਦੇ ਵਿੱਚ ਦੱਸਿਆ, ਮਾਸਟਰਸ ਅਤੇ PhD ਵੀ ਕਰ ਸਕਦੇ ਹਨ। ਇਹਨਾਂ ਕਾਲਜਾਂ ਦੇ ਵਿੱਚ ਵੀ ਮਾਸਟਰਸ ਅਤੇ PhD ਇਹ ਬੱਚੇ ਕਰ ਸਕਦੇ ਹਨ। ਡਾਕਟਰ ਸਾਹਿਬ, ਹੁਣ ਜਦੋਂ ਵੀ ਅਸੀਂ ਕੋਈ ਵਿੱਦਿਆ ਹਾਸਲ ਕਰਨੀ ਹੁੰਦੀ ਹੈ ਤਾਂ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਆਉਂਦਾ ਹੈ ਕਿ ਕਿਵੇਂ ਪਹੁੰਚ ਕਰੀਏ, ਕਿੱਥੇ ਆਈਏ, ਕਿਸ ਯੋਗਤਾ ਦੇ ਨਾਲ ਜਿਹੜਾ ਵਾ ਉਹ ਸਾਨੂੰ ਜਿਹੜਾ ਵਾ ਉਹ ਦਾਖਲਾ ਮਿਲੂਗਾ। ਉਸ ਪ੍ਰਤੀ ਜਿਹੜਾ ਸਾਡੇ ਜਿਹੜੇ ਵਿਦਿਆਰਥੀ ਜਿਹੜੇ ਉਮੀਦਵਾਰ ਉਹਨਾਂ ਨੂੰ ਚਾਨਣਾ ਪਾਓ ਜੀ। ਯੂਨੀਵਰਸਿਟੀ ਦੀ ਡੈਡੀਕੇਟਿਡ ਵੈਬਸਾਈਟ ਹੈ ਜੀ, www.gadwasu.in। ਇਸ ਪਾਰਟਿਕੂਲਰ ਵੈਬਸਾਈਟ ਨੂੰ ਸਾਰੇ ਬੱਚੇ ਦੇਖਦੇ ਰਹਿਣ। ਇਸ ਦੇ ਉੱਤੇ ਅਸੀਂ ਪ੍ਰੋਸਪੈਕਟਸ ਵੀ ਅਪਲੋਡ ਕਰ ਦਿੱਤਾ ਹੈ। ਜਿਹੜਾ ਤਾਂ ਹੈਗਾ ਆਪਣਾ BVSC ਐਂਡ ਐਨੀਮਲ ਸਾਇੰਸਿਸ ਜਿਹੜਾ ਹੈਗਾ ਆਪਣਾ ਬੈਚਲਰ ਆਫ ਵੈਟਨਰੀ ਐਂਡ ਐਨੀਮਲ ਸਾਇੰਸਿਸ ਜਿਹੜਾ ਹੈਗਾ ਡਿਗਰੀ ਪ੍ਰੋਗਰਾਮ 5.5 ਸਾਲ ਦਾ, ਉਹ ਅਸੀਂ ਉਹਦੇ ਵਿੱਚ ਲਿਖ ਦਿੱਤਾ ਹੈ ਵੀ ਇਹ ਨੀਟ ਬੇਸ 'ਤੇ ਐਡਮਿਸ਼ਨ ਹੋਊਗੀ। ਇੱਥੇ ਇੱਕ ਹੋਰ ਵਰਣਨਯੋਗ ਗੱਲ ਹੈ ਕਿ ਸਾਡੇ VC ਸਾਹਿਬ ਨੇ ਇਹ ਬਹੁਤ ਹੀ ਉਹਨਾਂ ਦੇ ਮਨ 'ਚ ਸੀ ਕਿ ਕਿਉਂਕਿ ਇਹ ਜਿਹੜਾ ਵੈਟਨਰੀ ਦਾ ਖਿੱਤਾ ਹੈ ਇਹ ਪੇਂਡੂ ਖਿੱਤਾ ਜ਼ਿਆਦਾ ਹੈ, ਕਿਉਂਕਿ ਉਹ ਸਾਨੂੰ ਉਹ ਬੱਚੇ ਜ਼ਿਆਦਾ ਲੈਣੇ ਚਾਹੀਦੇ ਹਨ ਜਿਨ੍ਹਾਂ ਦਾ ਪਿੰਡਾਂ ਦੇ ਵਿੱਚ ਜ਼ਿਆਦਾ ਯੋਗਦਾਨ ਹੈ, ਜਿਹੜਾ ਕਿ ਰੋਜ਼ ਆਪਣੇ ਪਸ਼ੂ ਧਨ ਨਾਲ ਡੀਲ ਕਰਦੇ ਹਨ। ਅਤੇ ਉਹਨਾਂ ਦੀ ਪਹਿਲ ਕਦਮੀ ਸਦਕਾ ਐਤਕੀ ਅਸੀਂ ਪਹਿਲੀ ਵਾਰੀ ਰੂਰਲ ਬੈਕਗਰਾਊਂਡ ਦੇ ਬੱਚਿਆਂ ਨੂੰ ਐਡੀਸ਼ਨਲ 5 ਸੀਟਾਂ ਇੱਥੇ ਕੀਤੀਆਂ ਹਨ। ਅਤੇ ਬਾਰਡਰ ਦੇ ਏਰੀਏ ਜਿਹੜੇ ਕਿ ਵਾਂਝੇ ਰਹਿ ਜਾਂਦੇ ਹਨ, ਜਿੱਦਾਂ ਉਹ ਬਾਈ ਚਾਂਸ ਨਹੀਂ ਆ ਸਕਦੇ ਕਿਤੇ ਅੱਛੇ ਕੋਚਿੰਗ ਸੈਂਟਰਸ ਦੇ ਵਿੱਚ, ਨੀਟ ਦੇ ਵਿੱਚ ਨਹੀਂ ਉਹ ਐਡਮਿਸ਼ਨ ਲੈ ਸਕਦੇ, ਉਹਨਾਂ ਲਈ ਵੀ ਅਸੀਂ 2 ਸੀਟਸ ਰਾਖਵੀਆਂ ਕੀਤੀਆਂ ਹਨ। ਬਾਕੀ ਇਸ ਤੋਂ ਇਲਾਵਾ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੂँਗਾ ਕਿ ਜਿਹੜੇ ਬੱਚੇ ਇਹਨਾਂ ਡਿਗਰੀ ਪ੍ਰੋਗਰਾਮਸ ਵਿੱਚ ਨਹੀਂ ਆ ਸਕਦੇ, ਸਾਡੇ 2 ਕਾਲਜ ਹਨ ਜਿਹੜੇ ਡਿਪਲੋਮਾ ਦੀ 12ਵੀਂ ਤੋਂ ਬਾਅਦ 2 ਸਾਲ ਦਾ ਡਿਪਲੋਮਾ ਵੀ ਦਿੰਦੇ ਹਨ। ਉਹ ਕਾਲਜ ਹਨ ਰਾਮਪੁਰਾ ਫੂਲ ਦੇ ਵਿੱਚ, ਬਠਿੰਡਾ ਦੇ ਵਿੱਚ ਅਤੇ ਕਾਲਚਰਾਣੀ ਦੇ ਵਿੱਚ। ਉੱਥੇ ਸਾਡਾ ਇੱਕ ਡਿਪਲੋਮੇ ਦਾ ਕਾਲਜ ਹੈ। ਉੱਥੇ 2 ਸਾਲ ਜਿਹੜੇ ਬੱਚੇ ਜਿਹੜੇ ਇੱਥੇ ਮਾਰਕਸ ਦੇ ਵਿੱਚ ਪ੍ਰੋਪਰ ਨਹੀਂ ਆ ਸਕਦੇ, ਨੀਟ ਲੈ ਕੇ ਮੈਡੀਕਲ ਸਟਰੀਮਸ ਵਿੱਚ ਨਹੀਂ ਆ ਸਕਦੇ, ਔਰ ਉੱਥੇ 80 ਸੀਟਸ ਹਨ ਸਾਡੀਆਂ ਜਿਹੜੇ ਬੱਚਿਆਂ ਨੂੰ। ਔਰ ਇਹਨਾਂ ਬੱਚਿਆਂ ਦਾ ਰੋਲ ਕੀ ਹੁੰਦਾ ਹੈ, ਇਹ ਸਾਡੇ ਇੱਕ ਬੈਕਬੋਨ ਬਣਦੇ ਹਨ, ਰੀੜ੍ਹ ਦੀ ਹੱਡੀ ਬਣਦੇ ਹਨ ਇਹ ਵੈਟਨਰੀ ਡਾਕਟਰਸ ਦੇ ਲਈ। ਇਹਨਾਂ ਨੂੰ ਅਸੀਂ ਵੈਟਨਰੀ ਇੰਸਪੈਕਟਰਸ ਲਾਉਂਦੇ ਹਾਂ ਫੀਲਡ ਦੇ ਵਿੱਚ ਜਾ ਕੇ, ਅਤੇ ਉਹਨਾਂ ਦੀ ਬਹੁਤ ਹੈਲਪ ਹੁੰਦੀ ਹੈ ਡਾਕਟਰਸ ਦੀ, ਜਿਹੜੇ ਪਿੰਡਾਂ ਵਿੱਚ ਜਾ ਕੇ ਪਸ਼ੂ ਧਨ ਦੀ ਸੇਵਾ ਕਰਦੇ ਹਨ। ਸਾਡਾ ਇਹ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਕਿਸਾਨੀ ਨੂੰ ਸਮਰਪਿਤ ਤੇ ਕਿਸਾਨੀ ਸਾਡੀ ਜਿਹੜੀ ਆ ਉਹ ਵਧੇਰੇ ਜਿਹੜੀ ਪਿੰਡਾਂ 'ਚ ਵਸਦੀ ਹੈ। ਅਤੇ ਜਿਵੇਂ ਤੁਸੀਂ ਗੱਲ ਕੀਤੀ ਕਿ ਪੇਂਡੂ ਖੇਤਰ ਦੇ ਬੱਚਿਆਂ ਵਾਸਤੇ ਜਿਹੜਾ ਤੁਸੀਂ ਕੁਝ ਸੀਟਾਂ ਰਾਖਵੀਆਂ ਕੀਤੀਆਂ, ਇਹ ਬੜਾ ਇੱਕ ਹੱਲਾਸ਼ੇਰੀ ਵਾਲੀ ਗੱਲ ਹੈ ਕਿ ਸਾਡੇ ਪੇਂਡੂ ਪਿੱਠ ਭੂਮੀ ਵਾਲੇ ਬੱਚੇ ਜਿਹੜੇ ਉਹ ਵੀ ਸਾਡੇ ਕੋਲ ਆਉਣ। ਹੁਣ ਡਾਕਟਰ ਸਾਹਿਬ, ਅਗਲੀ ਗੱਲ ਇਹ ਵੀ ਆ ਜਾਂਦੀ ਹੈ ਕਿ ਆਪਾਂ ਕੋਈ ਫਸਲ ਬੀਜਦੇ ਹਾਂ ਇੱਕ ਦਾਣਾ, ਤਾਂ ਮੁੜ ਕੇ ਸਾਡੀ ਇਹ ਤਮੰਨਾ ਹੁੰਦੀ ਆ ਵੀ ਵੇਖੋ ਇਹ ਤੋਂ ਕਿੰਨੇ ਕੁ ਦਾਣੇ ਜਿਹੜੇ ਸਾਨੂੰ ਮਿਲਦੇ ਆ। ਅਤੇ ਜਦੋਂ ਅਸੀਂ ਕੋਈ ਵੀ ਵਿੱਦਿਆ ਗ੍ਰਹਿਣ ਕਰਦੇ ਹਾਂ ਤਾਂ ਉਹਦੇ ਵਿੱਚ ਇਹ ਬੜਾ ਜ਼ਰੂਰੀ ਹੋ ਜਾਂਦਾ ਹੈ ਕਿ ਚਲੋ ਇੱਕ ਅਸੀਂ ਵਿੱਦਿਆ ਤਾਂ ਹਾਸਲ ਕਰ ਲਈ, ਇੱਕ ਡਿਗਰੀ ਮਿਲ ਗਈ, ਪਰ ਨਾਲ ਦੇ ਨਾਲ ਕੋਈ ਉਹਦੇ ਰੁਜ਼ਗਾਰ ਦੇ ਮੌਕੇ ਅਸੀਂ ਕਿੱਥੇ ਆਪਣੀ ਕਿਰਤ ਕਰਾਂਗੇ ਉਹ ਵੀ ਬੜਾ ਕੁਛ ਜੁੜਿਆ ਹੁੰਦਾ। ਉਸ ਪੱਖੋਂ ਜਿਹੜੀਆਂ ਇਹ ਰੁਜ਼ਗਾਰ ਦੇ ਮੌਕੇ ਕਿਹੋ ਜਿਹੇ ਮੁਹੱਈਆ ਕਰਵਾਏ ਜਾਂਦੇ ਨੇ ਇਹਨਾਂ ਕੋਰਸਾਂ ਦੇ ਮਾਧਿਅਮ ਰਾਹੀਂ? ਦੇਖੋ, ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਬੱਚੇ ਇੱਥੇ ਉੱਚ ਸਿੱਖਿਆ ਲੈ ਕੇ ਨਾ ਕੇਵਲ ਆਪਣੀ ਹੋਲਸਮ ਡਿਵੈਲਪਮੈਂਟ ਕਰਦੇ ਹਨ, ਆਪਣੀ ਸਰਵਪੱਖੀ ਵਿਕਾਸ ਕਰਦੇ ਹਨ, ਉਹ ਜਿੱਥੇ ਜਿੱਥੇ ਵੀ ਜਾਂਦੇ ਹਨ, ਕਿਉਂਕਿ ਵੈਟਨਰੀ ਸਾਇੰਸ ਦੇ ਵਿੱਚ ਜਿਹੜੀ ਬੱਚੇ ਸਾਡੀ ਡਿਗਰੀ ਕਰਕੇ ਜਾਂਦੇ ਹਨ ਉਹਨਾਂ ਦੀ 100% ਪਲੇਸਮੈਂਟ ਹੈ। ਸਰਕਾਰੀ ਨੌਕਰੀਆਂ ਦੇ ਵਿੱਚ, ਗੈਰ ਸਰਕਾਰੀ ਨੌਕਰੀਆਂ ਦੇ ਵਿੱਚ, ਬਾਹਰ ਵੀ ਸਾਡੇ ਬੱਚੇ ਜਾਂਦੇ ਹਨ ਜਿੱਥੇ ਉਹ ਜਾ ਕੇ ਵੱਧਦੇ ਹਨ। ਆਪਣੇ ਕਲੀਨਿਕਸ ਵੀ ਖੋਲ੍ਹੇ ਹੋਏ ਹਨ ਉਹਨਾਂ ਨੇ। ਸਾਡਾ ਬੱਚਿਆਂ ਨੂੰ ਜਦੋਂ ਇੱਥੇ ਅਸੀਂ ਡਿਗਰੀ ਪੜ੍ਹਾਉਂਦੇ ਹਾਂ, ਉਹਨਾਂ ਨੂੰ ਇੱਕ ਮੰਤਵ ਇਹ ਵੀ ਸਿਖਾਉਂਦੇ ਹਾਂ ਕਿ ਤੁਸੀਂ ਜੌਬ ਜਿਹੜੇ ਨੌਕਰੀਆਂ ਪ੍ਰਦਾਨ ਕਰਨ ਵਾਲੇ ਬਣੋ, ਨੌਕਰੀਆਂ ਲੈਣ ਵਾਲੇ ਨਾ ਬਣੋ। ਅਤੇ ਬੱਚੇ ਇਹੀ ਮੰਤਵ ਲੈ ਕੇ ਅੱਗੇ ਜਿੱਦਾਂ ਵੈਟਨਰੀ ਦੇ ਵਿੱਚ ਕਾਫੀ ਅੱਗੇ ਇੱਥੇ ਆਲ ਇੰਡੀਆ ਲੈਵਲ 'ਤੇ ਵੀ ਅਤੇ ਗਲੋਬਲ ਲੈਵਲ 'ਤੇ ਵੀ ਵੱਧ ਫੁੱਲ ਰਹੇ ਹਨ। ਬਾਕੀ ਕਾਲਜ ਵੀ ਹਨ, ਜਿੱਦਾਂ ਡੇਅਰੀ ਸਾਇੰਸ ਟੈਕਨੋਲੋਜੀ ਦਾ ਕਾਲਜ ਹੈ, ਇਹਨਾਂ ਦੀ ਅਪਟੇਕ ਕਾਫੀ ਹੈ, ਫੀਲਡ ਪ੍ਰੈਕਟੀਕਲ ਮਿਲਦੀ ਹੈ ਉਹਨਾਂ ਨੂੰ। ਇਹ ਪ੍ਰਾਈਵੇਟ ਕੰਸਰਨਸ ਦੇ ਵਿੱਚ ਵੀ ਬਹੁਤ ਅਪਟੇਕ ਹੈ, ਮਲਟੀਨੈਸ਼ਨਲ ਕੰਪਨੀਜ਼ ਵੀ ਇਹਨਾਂ ਨੂੰ ਬਹੁਤ
ਸਾਡੇ ਪਲੇਸਮੈਂਟ ਕਰਦੀਆਂ ਹਨ, ਕਿਉਂਕਿ ਜਿਹੜਾ ਫਿਸ਼ਰੀ ਸੈਕਟਰ ਹੈ ਉਹਦੇ ਵਿੱਚ ਵੈਲਿਊ ਐਡੀਸ਼ਨ ਦੀ ਬਹੁਤ ਮਹੱਤਤਾ ਹੈ ਅਤੇ ਉਸ ਦੇ ਵਿੱਚ ਵੀ ਬੱਚਿਆਂ ਦਾ ਕਾਫੀ ਅਪਟੇਕ ਹੈ। ਐਨੀਮਲ ਬਾਇਓਟੈਕਨੋਲੋਜੀ ਬਾਰੇ ਮੈਂ ਇੱਕ ਤੁਹਾਨੂੰ ਖਾਸ ਗੱਲ ਇਹ ਦੱਸੂੰਗਾ ਕਿ ਜਿਹੜੇ ਬੱਚਿਆਂ ਨੂੰ ਅਸੀਂ ਇੱਥੇ ਪੂਰਾ ਐਜੂਕੇਸ਼ਨ ਦਿੱਤੀ ਹੈ 4 ਸਾਲ ਦੀ, ਉਹਨਾਂ ਨੂੰ ਪੂਰਾ ਟ੍ਰੇਨ ਕੀਤਾ ਜਾਂਦਾ ਹੈ ਵੀ ਕਿੱਦਾਂ ਡਾਇਗਨੋਸਿਸ ਕਰਨਾ ਹੈ, ਕਿੱਦਾਂ ਤੁਸੀਂ ਵੈਕਸੀਨਸ ਡਿਵੈਲਪਮੈਂਟ ਦੇ ਵਿੱਚ ਕੰਮ ਕਰਨਾ ਹੈ। ਇਹ ਇੱਕ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਕਿ ਜਦੋਂ ਕੋਵਿਡ ਫੈਲਿਆ ਤਾਂ ਪੰਜਾਬ ਸਰਕਾਰ ਨੇ ਮੈਡੀਕਲ ਕਾਲਜਸ ਨੂੰ ਨਹੀਂ ਕਿਹਾ, ਸਾਡਾ ਵੈਟਨਰੀ ਕਾਲਜ ਦਾ ਐਨੀਮਲ ਬਾਇਓਟੈਕਨੋਲੋਜੀ ਕਾਲਜ ਹੀ ਸੀ ਜਿਹਨੇ ਪਹਿਲ ਕਦਮੀ ਕਰਦੇ ਹੋਏ ਉਸ ਵੇਲੇ ਦਿਨ ਰਾਤ ਸਾਰੇ ਕੋਵਿਡ ਕੇਸਿਸ ਦੀ ਡਾਇਗਨੋਸਿਸ ਇੱਕ ਦਿਨ ਦੇ ਵਿੱਚ ਕਰਕੇ ਦਿੰਦੇ ਸੀ ਅਤੇ ਹੁਣ ਤੱਕ 6.5 ਲੱਖ ਸੈਂਪਲ ਉਹ ਕਰ ਚੁੱਕੇ ਹਨ। ਇਸ ਦੀ ਮਹੱਤਤਾ ਨੂੰ ਦੇਖਦੇ ਹੋਏ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਅਤੇ ਯੂਨੀਸੈਫ ਨੇ ਇਸ ਨੂੰ ਸਭ ਤੋਂ ਵਧੀਆ ਲੈਬ ਘੋਸ਼ਿਤ ਕੀਤਾ ਹੈ ਅਤੇ ਉਸ ਲਈ ਇਹਨਾਂ ਨੇ ਗ੍ਰਾਂਟ ਵੀ ਦਿੱਤੀ ਹੈ, ਤੁਸੀਂ ਇਹਨੂੰ ਹੋਰ ਅੱਗੇ ਵਧਾਓ। ਜਿੱਦਾਂ ਪਿੱਛੇ ਆਪਾਂ ਜਾਣਦੇ ਹਾਂ ਵੀ ਪੰਜਾਬ ਦੇ ਵਿੱਚ ਬਿਮਾਰੀ ਫੈਲੀ ਸੀ ਲੰਪੀ ਸਕਿਨ ਡਿਜ਼ੀਜ਼ ਜਾਂ ਅਫਰੀਕਨ ਸਵਾਈਨ ਫੀਵਰ, ਇਹ ਹੀ ਲੈਬ ਜਿਹੜੀ ਹੈ ਬਾਇਓਟੈਕਨੋਲੋਜੀ ਦੀ ਡਿਜ਼ੀਜ਼ ਡਾਇਗਨੋਸਟਿਕ ਲੈਬ ਹੈ, ਇਹਨੂੰ ਹੀ ਪੰਜਾਬ ਸਰਕਾਰ ਨੇ ਫਿਰ ਚੁਣਿਆ ਹੈ ਜਿਹੜੇ ਕਿ ਇੱਕਦਮ ਪਸ਼ੂ ਜਿਹੜੀ ਡਿਜ਼ੀਜ਼ਸ ਜਿਹੜੀਆਂ ਫੈਲਦੀਆਂ ਹਨ ਪਸ਼ੂਆਂ ਦੇ ਵਿੱਚ ਉਹਨਾਂ ਦੀ ਡਾਇਗਨੋਸਿਸ ਦੇ ਵਿੱਚ ਅਤੇ ਕਿਸ ਤਰ੍ਹਾਂ ਪਸ਼ੂ ਧਨ ਨੂੰ ਅੱਗੋਂ ਸੰਭਾਲਣਾ ਹੈ ਤਾਂ ਕਿ ਉਹਨਾਂ ਦਾ ਜਾਨਵਰਾਂ ਦਾ ਨੁਕਸਾਨ ਨਾ ਹੋ ਸਕੇ, ਕਿਸ ਤਰ੍ਹਾਂ ਉਹਨਾਂ ਨੂੰ ਵੈਕਸੀਨੇਸ਼ਨ ਕਰਨੀ ਹੈ, ਇਹ ਸਾਰਾ ਜਿਹੜਾ ਕਾਲਜ ਹੈ ਐਨੀਮਲ ਬਾਇਓਟੈਕਨੋਲੋਜੀ ਕਾਲਜ ਇਸ ਖੇਤਰ ਵਿੱਚ ਬਹੁਤ ਪਹਿਲ ਕਦਮੀ ਕਰਦਾ ਹੈ। ਤੁਸੀਂ ਇੱਕ ਜ਼ਿਕਰ ਕੀਤੀ ਸੀ ਕਿ ਤੁਹਾਡਾ ਆ ਵੈਟਰਨਰੀ ਪੋਲੀਟੈਕਨਿਕ ਦਾ ਡਿਪਲੋਮਾ ਵੀ ਆ, ਹਾਂਜੀ ਸਰ, ਕਿ ਉਹਦਾ ਵੇਰਵਾ ਵੀ ਇਸੇ ਪ੍ਰੋਸਪੈਕਟਸ ਦੇ ਵਿੱਚ ਆ ਕਿ ਉਹਦੇ ਵਾਸਤੇ ਕੋਈ ਵੱਖਰੀ ਜਾਣਕਾਰੀ ਆਏਗੀ? ਉਹਦੇ ਲਈ ਇੱਕ ਸੈਪਰੇਟ ਪ੍ਰੋਸਪੈਕਟਸ ਹੁੰਦਾ ਹੈ ਜੀ, ਉਹ ਸਿਰਫ ਡਿਪਲੋਮਾ ਨੂੰ ਹੀ ਡੀਲ ਕਰਦਾ ਹੈ। ਇਹ ਸਿਰਫ ਡਿਗਰੀ ਪ੍ਰੋਗਰਾਮਸ ਦਾ ਹੈ ਜਿਹੜਾ ਹੁਣ ਇਸ਼ੂ ਹੋਇਆ ਹੈ, ਉਹ 10 ਕੁ ਦਿਨ ਤੱਕ ਜਿਹੜਾ ਡਿਪਲੋਮਾ ਦਾ ਪ੍ਰੋਗਰਾਮ ਵੀ ਹੁਣ ਪ੍ਰੋਸਪੈਕਟਸ ਵੀ ਸਰਕੂਲੇਟ ਹੋਊਗਾ ਜੀ। ਅਤੇ ਉਹਦੇ ਵਿੱਚ ਇਹੀ ਹੈ ਜਿਹੜੇ ਬੱਚੇ ਥੋੜ੍ਹੇ ਪਿਛਾਂਹ ਰਹਿ ਗਏ ਜਾਂ ਪ੍ਰੋਪਰ ਨੰਬਰ ਨਹੀਂ ਲੈ ਚੁੱਕੇ, ਜਿਨ੍ਹਾਂ ਨੂੰ ਮੌਕਾ ਨਹੀਂ ਮਿਲਿਆ, ਉਹ ਆਪਣਾ 2 ਸਾਲ ਦਾ ਡਿਪਲੋਮਾ ਕਰਕੇ ਉਹ ਵੀ ਆਪਣੇ ਆਪ ਨੂੰ ਸਸਟੇਨ ਕਰ ਸਕਦੇ ਹਨ। ਤੇ ਇਹਦੇ ਵਿੱਚ ਵੀ ਜਿਹੜੀਆਂ ਉਹ ਰੋਜ਼ਗਾਰ ਦੇ ਮੌਕੇ ਚੰਗੇ ਨੇ ਜੀ? ਹਾਂਜੀ ਹਾਂਜੀ ਜੀ। ਮੈਂ ਇੱਕ ਗੱਲ ਇੱਥੇ ਹੋਰ ਦੱਸੂੰਗਾ ਜਿਹੜੇ ਬੱਚਿਆਂ ਨੂੰ ਹੋਰ ਪ੍ਰੋਤਸਾਹਿਤ ਕਰਨ ਵਾਲੀ ਹੈ, ਚਾਹੇ ਉਹ ਬੱਚੇ ਡਿਪਲੋਮਾ ਦੇ ਹੋਣ ਜਾਂ ਡਿਗਰੀ ਦੇ ਹੋਣ, ਸਾਡੀ ਯੂਨੀਵਰਸਿਟੀ ਪਹਿਲ ਕਦਮੀ ਕਰਦੀ ਹੈ ਕਿ ਜਿਹੜੇ ਬੱਚੇ ਪ੍ਰੋਪਰ ਜਿਨ੍ਹਾਂ ਨੂੰ ਫੀਸ ਦੀ ਕੋਈ ਪ੍ਰੋਬਲਮ ਆਉਂਦੀ ਹੈ, ਸਾਡੇ ਵਾਈਸ ਚਾਂਸਲਰ ਸਾਹਿਬ ਦੀ ਦਿਆਨਤਦਾਰੀ ਦੇ ਨਾਲ ਅਸੀਂ ਉਹਨਾਂ ਬੱਚਿਆਂ ਦੀ ਫੀਸ ਮਾਫ ਵੀ ਕਰ ਦਿੰਦੇ ਹਾਂ ਜਾਂ ਅੱਧੀ ਕਰ ਦਿੰਦੇ ਹਾਂ, ਉਹਨਾਂ ਦਾ ਦੇਖਦੇ ਹਾਂ ਅਤੇ ਕਲਾਸ ਦੇ ਵਿੱਚ ਹਰੇਕ ਕਲਾਸ ਦੇ ਵਿੱਚ ਜਿਹੜੇ ਬੱਚੇ ਆਉਂਦੇ ਹਨ ਉਹਨਾਂ ਨੂੰ ਕਲਾਸ ਦੇ ਹਿਸਾਬ ਪਹਿਲੇ 10 ਬੱਚਿਆਂ ਨੂੰ ਵਜ਼ੀਫਾ ਵੀ ਦਿੰਦੇ ਹਾਂ ਅਤੇ ਸਪੈਸ਼ਲੀ ਜਿਹੜੇ ਇਕੱਲੀ ਲੜਕੀ ਹੈ ਉਸ ਦੀ ਤਾਂ ਫੀਸ ਵੀ ਮਾਫ ਕਰ ਦਿੱਤੀ ਜਾਂਦੀ ਹੈ। ਮਤਲਬ ਇਹ ਯੂਨੀਵਰਸਿਟੀ ਕਾਫੀ ਅੱਛੇ ਪਹਿਲ ਕਦਮੀ ਕਰਦੇ ਹੋਏ ਬੱਚਿਆਂ ਨੂੰ ਪ੍ਰੋਤਸਾਹਨ ਕਰਦੀ ਹੈ ਤਾਂ ਕਿ ਉਹ ਆਪਣੀ ਵਿੱਦਿਆ ਲੈਣ, ਆਪਣਾ ਵੀ ਸਰਵਪੱਖੀ ਵਿਕਾਸ ਕਰਨ, ਆਪਣੇ ਸੂਬੇ ਦਾ ਵਿਕਾਸ ਕਰਨ ਅਤੇ ਇਸੇ ਤਰ੍ਹਾਂ ਦੇਸ਼ ਦੇ ਵਿਕਾਸ ਵਿੱਚ ਉਹ ਯੋਗਦਾਨ ਪਾ ਕੇ ਆਪਣੇ ਭਾਰਤ ਵਰਸ਼ ਨੂੰ ਅੱਗੇ ਲਿਜਾਣ। ਜੀ ਕਿਸਾਨ ਵੀਰੋ, ਸਾਡੀ ਅੱਜ ਵਿਸ਼ੇਸ਼ ਤਮੰਨਾ ਇਸ ਗੱਲ ਦੀ ਸੀ ਕਿ ਅਸੀਂ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸੀਏ ਕਿ ਸਰਕਾਰਾਂ ਅਤੇ ਸੰਸਥਾਵਾਂ ਪੇਂਡੂ ਖੇਤਰ ਜਿਹੜੇ ਆ ਉਹਨਾਂ ਦੇ ਬਿਹਤਰੀ ਵਾਸਤੇ ਵੀ ਕਿਸ ਤਰੀਕੇ ਦੇ ਨਵੇਂ ਜਿਹੜੇ ਯਤਨ ਉਪਰਾਲੇ ਕਰ ਰਹੀ ਹੈ। ਜਿਵੇਂ ਦੱਸਿਆ ਗਿਆ ਕਿ ਤੁਹਾਨੂੰ ਕੁਝ ਸੀਟਾਂ ਜਿਹੜੀਆਂ ਰਾਖਵੀਆਂ ਜਿਹੜੀਆਂ ਕੀਤੀਆਂ ਗਈਆਂ ਨੇ, ਇਸ ਕਰਕੇ ਸਾਡੀ ਵੀ ਤਮੰਨਾ ਰਹਿੰਦੀ ਹੈ ਕਿ ਸਾਡੀ ਪੇਂਡੂ ਕਿਸਾਨੀ ਦੇ ਬੱਚੇ ਸਿਰਫ ਜਿਹੜਾ ਵਾ ਉਹ ਪਸ਼ੂ ਪਾਲਣ ਕਿੱਤਿਆਂ ਤੱਕ ਮਹਿਦੂਦ ਨਾ ਰਹਿਣ, ਉਹ ਅੱਗੇ ਆਉਣ, ਉਹ ਡਾਕਟਰ ਬਣਨ, ਉਹ ਵੱਡੇ ਅਹੁਦੇ ਹਾਸਲ ਕਰਨ, ਉਹ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਆ ਉਹ ਪ੍ਰੋਫੈਸਰਾਂ ਦੇ ਤੌਰ 'ਤੇ ਜਿਹੜੇ ਭੂਮਿਕਾ ਨਿਭਾਉਣ। ਅਸੀਂ ਤੁਹਾਨੂੰ ਵੀ ਸੱਦਾ ਦਿੰਦੇ ਹਾਂ ਕਿ ਵੱਧ ਤੋਂ ਵੱਧ ਵਿੱਦਿਆ ਹਾਸਲ ਕਰੋ, ਨੰਬਰ ਗ੍ਰਹਿਣ ਕਰੋ ਅਤੇ ਇਹੋ ਜਿਹੀਆਂ ਜਿਹੜੀਆਂ ਉੱਚ ਸੰਸਥਾਵਾਂ ਨੇ ਉਹਨਾਂ 'ਚੋਂ ਆਪਣਾ ਤੁਸੀਂ ਨਵਾਂ ਰੋਸ਼ਨ ਭਵਿੱਖ ਜਿਹੜਾ ਉਹ ਲੈ ਕੇ ਜਾਓ। ਡਾਕਟਰ ਹਰਮਨਜੀਤ ਸਿੰਘ ਵਾਂਗਾ ਜੀ, ਬਹੁਤ ਤੁਹਾਡਾ ਧੰਨਵਾਦ ਜੀ। ਧੰਨਵਾਦ ਕਿ ਤੁਸੀਂ ਬੜੇ ਵਿਸਥਾਰ 'ਚ ਦੱਸਿਆ ਅਤੇ ਅਸੀਂ ਵੀ ਆਸ ਕਰਦੇ ਹਾਂ ਕਿ ਵਿਦਿਆਰਥੀ ਵੱਧ ਤੋਂ ਵੱਧ ਜਿਹੜਾ ਤੁਹਾਡੇ ਨਾਲ ਜੁੜਨਗੇ ਅਤੇ ਇਸ ਸੰਸਥਾ ਦੇ ਵਿੱਚ ਇੱਕ ਨਾਮੀ ਸੰਸਥਾ ਦੇ ਵਿੱਚ ਜਿਹੜਾ ਵਾ ਉਹ ਆਪਣਾ ਨਾਂ ਲਿਖਾਉਣਗੇ। धन्यवाद। मधु क्रांति, एक नए युग का आगाज। मधु क्रांति विकास के नए रास्ते खोल रही है, मधुमक्खी पालकों के जीवन स्तर को बेहतर बना रही है, साथ ही पूरी दुनिया में शहद के क्षेत्र में भारत को एक नई पहचान दिला रही है।
भारत सरकार मधुमक्खी पालकों की आय को बढ़ाने और उन्हें आत्मनिर्भर बनाने के उद्देश्य से देश में मधुमक्खी पालन के संवर्धन और विकास के लिए सभी आवश्यक सहायता प्रदान कर रही है। माननीय प्रधानमंत्री के दूरदर्शी नेतृत्व में कृषि सहित मधुमक्खी पालन को बढ़ावा देने के लिए अनेक कदम उठाए गए हैं। किसान तरक्की की राह पर आगे बढ़ रहे हैं। अगर कोई सक्सेस स्टोरी मीठी मुस्कान भी बिखेरे और स्वाद में भी मिठास भरे, तब तो आप इसे जरूर सोने पर सुहागा कहेंगे। हमारे किसान इन दिनों शहद के उत्पादन में ऐसा ही कमाल कर रहे हैं। शहद की मिठास हमारे किसानों का जीवन भी बदल रही है, उनकी आय भी बढ़ा रही है। मधुमक्खियां न सिर्फ शहद देती हैं, बल्कि पर्यावरण और कृषि के लिए भी आवश्यक हैं। यूं तो भारत में लंबे समय से लोग मधुमक्खी पालन का काम पारंपरिक तरीकों से करते आ रहे हैं, लेकिन आज के समय में इस क्षेत्र में अपार संभावनाएं भी हैं और जरूरत भी है। मधुमक्खियों की इसी जरूरत और योगदान का जश्न मनाने और इसे और बारीकी से समझने के लिए ही मनाया जाता है विश्व मधुमक्खी दिवस। इसी आवश्यकता को समझते हुए 2020 में राष्ट्रीय मधुमक्खी पालन और शहद मिशन की शुरुआत हुई। उद्देश्य स्पष्ट था, मधुमक्खी पालन के कार्य को वैज्ञानिक और तकनीकी रूप से विकसित करना और ज्यादा से ज्यादा लोगों को इसके लिए प्रोत्साहित करके मधु क्रांति के सपने को साकार करना। मधुमक्खी पालन से मिलने वाले उत्पाद जैसे शहद, बी वैक्स, रॉयल जेली और पॉलन आदि कई क्षेत्रों में प्रयोग किए जाते हैं। माननीय प्रधानमंत्री जी के प्रोत्साहन से और कृषि मंत्री जी के मार्गदर्शन से आज राष्ट्रीय मधुमक्खी पालन और शहद मिशन सफलता का पर्याय बन चुका है। न केवल ये देश के किसानों के लिए आय बढ़ाने का एक साधन बना है, बल्कि तमाम लोगों के जीवन को बेहतर बनाने के साथ साथ देश के आर्थिक विकास में भी योगदान दे रहा है। 2013-14 से 2021-22 तक शहद का उत्पादन 76,000 मीट्रिक टन से बढ़कर 2021-22 में 1,33,000 मीट्रिक टन से अधिक हुआ। शहद का निर्यात 28,000 मीट्रिक टन से बढ़कर 74,000 मीट्रिक टन से अधिक हुआ। 3 विश्व स्तरीय अत्याधुनिक टेस्टिंग लैब और 31 मिनी शहद टेस्टिंग लैब स्थापित हुई। राष्ट्रीय मधुमक्खी पालन और शहद मिशन की कामयाबी सिर्फ आंकड़े ही बयान नहीं कर रहे, कहानियां खुद इसकी सफलता की बानगी पेश कर रही हैं। मैंने 1990 में मधुमक्खी पालन शुरू किया, 2 बॉक्स से शुरू किया और आज हमारे पास लगभग 4,200 बी बॉक्सेस हैं। लगभग 17 तरह के हनी हम लोग प्रोड्यूस करते हैं, जो डिफरेंट एरियाज़ में बी को माइग्रेट करके प्राप्त होते हैं। इसके अलावा जितने बी बॉक्सेस मैन्युफैक्चरिंग यूनिट है हमारे पास, वैक्सीट मैन्युफैक्चरिंग यूनिट है, 20 मीट्रिक टन पर डे का हनी प्रोसेसिंग प्लांट है। आज हमारा जो उत्पादन है वो 1 लाख केजी लगभग एनुअली हम लोग प्रोड्यूस करते हैं। यमुनानगर के सुभाष काम्बोज मधुमक्खी पालन के अपने काम के चलते आज देश भर में जाने जा रहे हैं। सुभाष जी ने वैज्ञानिक तरीके से मधुमक्खी पालन का प्रशिक्षण लिया। इसके बाद उन्होंने केवल 6 बॉक्स के साथ अपना काम शुरू किया था। मैंने सिर्फ अपने पोलिनेशन के लिए और शहद खाने के पर्पज से ये बॉक्स रखे थे। जब मैंने देखा कि मधुमक्खियां भी बढ़ रही हैं और हमें शहद भी मिल रहा है, तो मैंने फिर प्रोफेशनल तौर पे इसी काम को ही करने की सोची और आज की तारीख में मैं लगभग 1500 बॉक्स पे मधुमक्खी पालन कर रहा हूँ। ज्यादा से ज्यादा लोग इस मिशन का हिस्सा बन रहे हैं। इतना ही नहीं, ये मिशन नारी शक्ति को और अधिक सशक्त बनाने में भी बड़ा योगदान दे रहा है। अभी तक महिलाओं के 164 स्वयं सहायता समूहों को इससे जोड़ा जा चुका है। इसी तरह मधु क्रांति पोर्टल पर अभी तक लगभग 13,000 से अधिक मधुमक्खी पालक और 21 लाख मधुमक्खियों की कॉलोनीज रजिस्टर हो चुकी हैं। आज भारत प्राकृतिक शहद का 6ठा सबसे बड़ा निर्यातक है। भारत मधुमक्खी पालन और शहद उत्पादन के क्षेत्र में सारी दुनिया के लिए एक मिसाल के तौर पर उभर कर सामने आ रहा है। मधु क्रांति आय और रोजगार के अवसर बढ़ाए।